ये दीवारां देख के कुछ होण लग जांदा, ये दीवारां देख के कुछ होण लग जांदा। की करां बदो बदी दिल रोण लग जांदा, की करां बदो बदी दिल रोण लग जांदा। ये दीवारां देख के कुछ होण लग जांदा, ये दीवारां देख के कुछ होण लग जांदा। की करां बदो बदी दिल रोण लग जांदा, की करां बदो बदी दिल रोण लग जांदा। मैं जदों सिर किस जगह ते रखदा, डुल ही जाता पानी मेरी अख दा। मैं बथेरा रोकदा पर चोण लग जांदा, मैं बथेरा रोकदा पर चोण लग जांदा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸਾਕਾ ਸਰਹੰਦ ਲੈ ਕੇ ਮੈਂ ਅਮਰਿੰਦਰ ਸਿੰਘ ਹਾਜ਼ਰ ਹੋਇਆ ਹਾਂ ਜੀ। ਅੱਜ ਅਸੀਂ ਉਸ ਸਥਾਨ ਤੇ ਪਹੁੰਚੇ ਹਾਂ ਜਿਸ ਸਥਾਨ ਦਾ ਪੜਾਅ ਜਿਹੜਾ ਹੈ ਸ਼ਹੀਦੀ ਦਾ ਮੁਕਾਮ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦਾ ਮੁਕਾਮ ਹੈ। ਮਾਤਾ ਗੁਜਰੀ ਜੀ ਦਾ ਇਹ ਸ਼ਹੀਦੀ ਮੁਕਾਮ ਹੈ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਇਤਿਹਾਸ ਦੇ ਵਿੱਚ ਜਿਸ ਵੇਲੇ ਸਤਿਗੁਰ ਮਹਾਰਾਜ ਜੀ ਤੋਂ ਪਰਿਵਾਰ ਵਿਛੋੜਾ ਮਾਤਾ ਗੁਜਰੀ ਜੀ ਦਾ ਤੇ ਛੋਟੇ ਸਾਹਿਬਜ਼ਾਦਿਆਂ ਦਾ ਪੈਂਦਾ ਹੈ ਤੇ ਇੱਕ ਰਾਤ ਜਿਹੜੀ ਹੈ ਉਹ ਕੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ ਬਤੀਤ ਕੀਤੀ ਹੈ। ਉਹ ਉਸ ਦਿਨ ਦਾ ਜਿਹੜਾ ਸੀ ਪ੍ਰਸ਼ਾਦਾ ਸਤਿਕਾਰਯੋਗ ਮਾਤਾ ਜੀ ਨੇ ਔਰ ਛੋਟੇ ਸਾਹਿਬਜ਼ਾਦਿਆਂ ਨੇ ਛਕਿਆ ਹੈ। ਅਗਲੇਰੀ ਰਾਤ ਜਿਹੜੀ ਹੈ ਸਹੇੜੀ ਪਿੰਡ ਦੇ ਵਿੱਚ ਗੰਗੂ ਦੇ ਘਰ ਦੇ ਵਿੱਚ ਬਤੀਤ ਕੀਤੀ, ਜਿਨੇ ਧੋਖੇ ਦੇ ਨਾਲ ਜਿਹੜਾ ਸੀ ਚੋਰੀ ਕਰਕੇ ਮਾਤਾ ਜੀ ਦੀ ਖੁਰਜੀ ਚੋਰੀ ਪਹਿਲੋਂ ਕਰਦਾ ਹੈ, ਫਿਰ ਜਾ ਕੇ ਜਾਨੀ ਖਾਂ ਤੇ ਮਾਨੀ ਖਾਂ ਜਿਹੜੇ ਕੋਤਵਾਲ ਨੇ ਮੋਰਿੰਡੇ ਦੇ ਉਹਨਾਂ ਨੂੰ ਜਾ ਕੇ ਸ਼ਿਕਾਇਤ ਕਰਦਾ ਹੈ ਔਰ ਮਨ ਦੇ ਵਿੱਚ ਲਾਲਚ ਇਹ ਸੀ ਕਿ ਇਹ ਖੁਰਜੀ ਵੀ ਮੈਂ ਹੜੱਪ ਜਾਵਾਂਗਾ ਔਰ ਸਰਕਾਰੀ ਦਰਬਾਰੇ ਜਦੋਂ ਹਕੂਮਤ ਦੇ ਬਾਗੀਆਂ ਨੂੰ ਮੈਂ ਪਕੜਾਵਾਂਗਾ ਤੇ ਮੈਨੂੰ ਉੱਥੋਂ ਵੀ ਇਨਾਮ ਪ੍ਰਾਪਤ ਹੋਵੇਗਾ। ਲਾਲਚ ਦੇ ਵਸ ਆ ਕਰਕੇ ਜਾਨੀ ਖਾਂ ਤੇ ਮਾਨੀ ਖਾਂ ਨੂੰ ਗ੍ਰਿਫਤਾਰੀ ਕਰਾਉਂਦਾ ਹੈ। ਦੁੰਨਾ ਸਿੰਘ ਹੰਡੂਰੀਆ ਦੇ ਕਥਨ ਅਨੁਸਾਰ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਹੇੜੀ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ। ਤੋਮਰ ਕਪੜਾ ਚਾੜ ਦੀਨਾ ਮਾਤ ਗੁਜਰੀ ਬਾਂਧ ਲੀਨਾ, ਮਾਤਾ ਗੁਜਰੀ ਜੀ ਦੇ ਹੱਥ ਬੰਨੇ ਗਏ, ਚਿਹਰੇ ਦੇ ਉੱਪਰ ਮਿਰਚਾਂ ਵਾਲਾ ਬੋਰਾ ਪਾਇਆ ਗਿਆ। ਸਾਹਿਬਜ਼ਾਦਿਆਂ ਨੂੰ ਬੋਰੀਆਂ ਦੇ ਵਿੱਚ ਬੰਨ੍ਹ ਕਰਕੇ ਘੋੜਿਆਂ ਦੇ ਉੱਪਰ ਲੱਦ ਕਰਕੇ ਜਿਹੜਾ ਸੀ ਕੁਤਵਾਲੀ ਦੇ ਵਿੱਚ ਲਿਆਂਦਾ ਗਿਆ। ਜਿਹੜੀ ਸੀ ਰਾਤ ਸੀ 9 ਪੋਹ ਦੀ ਉਹ ਕੁਤਵਾਲੀ ਦੇ ਵਿੱਚ ਬਤੀਤ ਕੀਤੀ। ਉਸੇ ਤਰ੍ਹਾਂ ਕਹਿੰਦੇ ਨੇ ਇਤਿਹਾਸ ਆਖਦਾ ਹੈ ਕਿ ਉਸੇ ਤਰ੍ਹਾਂ ਬੋਰੀਆਂ ਦੇ ਵਿੱਚ ਬੱਧਿਆਂ ਹੋਇਆਂ ਰਾਤ ਜਿਹੜੀ ਸੀ ਉੱਥੇ ਬਤੀਤ ਕੀਤੀ ਹੈ। ਉਸ ਤੋਂ ਬਾਅਦ ਵਿੱਚ ਅਗਲੀ ਸਵੇਰ 10 ਪੋਹ ਦੀ ਸਵੇਰ ਨੂੰ ਜਿਹੜਾ ਸੀ ਉੱਥੋਂ ਬੇੜੀਆਂ ਦੇ ਵਿੱਚ ਪਾ ਕਰਕੇ ਹੱਥਾਂ ਤੇ ਪੈਰਾਂ ਨੂੰ ਸਾਹਿਬਜ਼ਾਦਿਆਂ ਦੇ ਬੇੜੀਆਂ ਲਗਾਈਆਂ ਜਾਂਦੀਆਂ ਨੇ। ਮਾਤਾ ਜੀ ਦੇ ਹੱਥਾਂ ਨੂੰ ਬੇੜੀਆਂ ਲਗਾਈਆਂ ਗਈਆਂ ਤੇ ਉਹਨਾਂ ਨੂੰ ਮਰਿੰਡੇ ਤੋਂ ਤੋਰ ਕਰਕੇ ਸਰਹੰਦ ਪਹੁੰਚਾਇਆ ਗਿਆ। ਸ਼ਾਮ ਦੇ ਸਮੇਂ ਜਦੋਂ ਸਰਹੰਦ ਪਹੁੰਚਦੇ ਨੇ, ਸੁੱਚਾ ਨੰਦ ਜਿਹੜਾ ਵਜ਼ੀਰ ਹੈ ਵਜੀਦ ਖਾਨ ਦਾ, ਉਹਨੇ ਆ ਕੇ ਮਿਲਾਪ ਹੁੰਦਾ ਹੈ ਤੇ ਸੁੱਚਾ ਨੰਦ ਨੇ ਜਾ ਕੇ ਉਸ ਵੇਲੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਆ ਕੇ ਦੱਸਿਆ, ਕਹਿਣ ਲੱਗਾ ਕਿ ਦੇਖੋ ਹਕੂਮਤ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਜਿਹੜੀ ਹੈ ਉਹਨਾਂ ਦੇ ਜਿਹੜੇ ਛੋਟੇ ਸਪੁੱਤਰ ਨੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਉਹ ਸਾਡੇ ਕਾਬੂ ਦੇ ਵਿੱਚ ਆ ਗਏ ਨੇ। ਤੇ ਉਸ ਵੇਲੇ ਵਜ਼ੀਰ ਖਾਨ ਨੇ ਕਿਹਾ ਸੀ ਕਿ ਅੱਜ ਹੀ ਰਾਤ ਜਿਹੜੀ ਹੈ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਵੇ। ਇਹ ਠੰਡਾ ਬੁਰਜ ਤੁਸੀਂ ਬਿਲਕੁਲ ਮੇਰੇ ਪਿੱਛੇ ਦੇਖਦੇ ਪਏ ਹੋ, ਦਰਸ਼ਨ ਇਸ ਦੇ ਤੁਹਾਨੂੰ ਕਰਾਉਣੇ ਹਾਂ। ਔਰ ਇਤਿਹਾਸ ਕਹਿੰਦਾ ਹੈ ਕਿ ਠੰਡਾ ਬੁਰਜ ਕਿਸੇ ਸਮੇਂ ਬਾਦਸ਼ਾਹਾਂ ਨੇ ਆਪਣੀ ਸਹੂਲਤ ਦੇ ਵਾਸਤੇ ਬਣਾਇਆ ਸੀ, ਕਿਉਂਕਿ ਇਹਦੇ ਲਾਗੋਂ ਦੀ ਇੱਕ ਨਦੀ ਲੰਘਦੀ ਸੀ ਜਿੰਦਾ ਨਾਂ ਸੀ ਹੰਸਲਾ ਨਦੀ। ਇਹ ਹੰਸਲਾ ਨਦੀ ਦੇ ਵਿੱਚੋਂ ਪਾਣੀ ਜਦੋਂ ਹਵਾ ਟਕਰਾ ਕੇ ਆਉਣੀ ਪਾਣੀ ਦੇ ਨਾਲ ਤੇ ਉਹ ਹਵਾ ਬੁਰਜ ਤੱਕ ਪਹੁੰਚਣੀ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ ਇੱਥੇ ਠੰਡੀ ਹਵਾ ਜਿਹੜੀ ਸੀ ਬਿਲਕੁਲ ਤਨ ਠਾਰ ਦੇਣਾ।
ਐਸੀ ਹਵਾ ਇੱਥੇ ਮਿਲਣੀ। ਇਸ ਕਰਕੇ ਇਹਨੂੰ ਠੰਡਾ ਬੁਰਜ ਕਿਹਾ ਜਾਂਦਾ ਸੀ ਕਿ ਜਿੰਦੀ ਸਰਦੀਆਂ ਕੀ ਗਰਮੀਆਂ ਦੇ ਵਿੱਚ ਵੀ ਜਿੰਦੀ ਤਾਸੀਰ ਠੰਡੀ ਸੀ। ਇਹ 10 ਪੋਹ ਦੀ ਰਾਤ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਇਸ ਬੁਰਜ ਦੇ ਵਿੱਚ ਰੱਖਿਆ ਗਿਆ। ਇਤਿਹਾਸ ਆਖਦਾ ਹੈ ਕਿ ਇੱਕ ਪਾਸੇ ਬਿਲਕੁਲ ਸੱਥਰ ਦੇ ਉੱਪਰ ਜ਼ਮੀਨ ਦੇ ਉੱਪਰ ਬੈਠੇ ਹੋਏ ਨੇ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ, ਔਰ ਦੂਸਰੇ ਪਾਸੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਨੂੰ ਛੱਡ ਕਰਕੇ ਜਿਹੜਾ ਹੈ ਉੱਥੇ ਪਹੁੰਚ ਗਏ ਨੇ। ਅੱਜ ਦੀ ਰਾਤ ਜਿਹੜੀ ਹੈ 10 ਪੋਹ ਦੀ ਰਾਤ, ਇੱਕ ਪਾਸੇ ਮਾਂ ਤੇ ਪੁੱਤਰ ਜਿਹੜੇ ਨੇ ਉਹ ਠੰਡੇ ਬੁਰਜ ਦੇ ਵਿੱਚ ਸੱਥਰ ਦੇ ਉੱਤੇ ਲੇਟੇ ਨੇ, ਤੇ ਦੂਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸੱਥਰ ਦੇ ਉੱਤੇ ਟਿੰਡ ਦਾ ਸਰਹਾਣਾ ਲੈ ਕਰਕੇ ਲੇਟੇ ਹੋਏ ਨੇ। ਇਹ 10 ਪੋਹ ਦੀ ਰਾਤ ਜਦੋਂ ਬਤੀਤ ਹੋਈ, ਅਗਲੀ ਸਵੇਰ ਦਰਬਾਰ ਲੱਗਦਾ ਹੈ। 11 ਪੋਹ ਦੇ ਦਿਨ ਜਿਹੜਾ ਹੈ ਉਸ ਦਿਨ ਦਰਬਾਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਵਾਸਤੇ ਮੰਗਾਇਆ ਗਿਆ। ਜਦੋਂ ਸਿਪਾਹੀ ਠੰਡੇ ਬੁਰਜ ਦੇ ਵਿੱਚ ਮਾਂ ਦੇ ਕੋਲ ਪਹੁੰਚੇ, ਔਰ ਰਾਤ ਤੁਸੀਂ ਇਹਨੂੰ ਮਹਿਸੂਸ ਕਰਕੇ ਦੇਖੋ ਸਾਧ ਸੰਗਤ ਜੀ ਕਿ ਰਾਤ ਕਿਵੇਂ ਉਹ ਬਤੀਤ ਹੋਈ ਹੋਵੇਗੀ। ਦਾਦੀ ਮਾਂ ਉਹਨਾਂ ਛੋਟੇ ਬੱਚਿਆਂ ਨੂੰ, ਭਾਵ ਕਿ ਇੱਥੋਂ ਤੱਕ ਠੰਡ ਤੋਂ ਬਚਣ ਲਈ ਕੋਈ ਵੀ ਸਾਧਨ ਉੱਥੇ ਮੌਜੂਦ ਨਹੀਂ, ਨਾ ਕੋਈ ਗਰਮ ਕੱਪੜਾ ਹੈ, ਨਾ ਕੋਈ ਗਰਮ ਬਿਸਤਰਾ ਹੈ, ਔਰ ਨਾ ਹੀ ਖਾਣ ਨੂੰ ਕੋਈ ਭੋਜਨ ਮਿਲਿਆ। ਲక్ష్ਮੀ ਬ੍ਰਾਹਮਣੀ ਦੇ ਘਰ ਦੇ ਵਿੱਚੋਂ ਜਿਹੜਾ ਪ੍ਰਸ਼ਾਦਾ ਆਇਆ ਤੇ ਬਾਬੇ ਕੁੰਮੇ ਮਾਸ਼ਕੀ ਦੇ ਘਰ ਦੇ ਵਿੱਚ ਛਕਿਆ, ਉਹੀ ਪ੍ਰਸ਼ਾਦਾ ਸਾਹਿਬਜ਼ਾਦੇ ਨੇ ਛਕਿਆ। ਤੇ ਅੱਜ ਤੀਸਰਾ ਦਿਨ ਹੋ ਚੁੱਕਿਆ ਪ੍ਰਸ਼ਾਦਾ ਛਕੇ ਨੂੰ। ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਆ ਕੇ ਸੁਨੇਹਾ ਮਿਲਦਾ ਹੈ ਕਿ ਪੇਸ਼ੀ ਹੈ। ਦਰਬਾਰ ਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਕਚਹਿਰੀ ਦੇ ਵਿੱਚ, ਤੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਭੇਜਦੇ ਨੇ। ਸਾਰੀ ਰਾਤ ਹੀ ਮਾਂ ਗੁਜਰੀ ਨੇ ਬੱਚਿਆਂ ਨੂੰ ਸਿੱਖਿਆ ਦੇ ਕੇ ਬਤੀਤ ਕੀਤੀ, ਦੱਸਿਆ ਕਿ ਤੁਹਾਡਾ ਇਤਿਹਾਸ ਕਿੰਨਾ ਵਡਮੁੱਲਾ ਹੈ। ਤੁਸੀਂ ਉਸ ਦਾਦੇ ਦੇ ਪੁੱਤਰ ਹੋ ਜਿਨੇ ਸਰਕਾਰ ਝੁਕਾਉਣ ਦਾ ਯਤਨ ਕੀਤਾ ਪਰ ਉਹ ਝੁਕੇ ਨਹੀਂ। ਉਹਨਾਂ ਨੇ ਸੀਸ ਤਾਂ ਦੇ ਦਿੱਤਾ ਪਰ ਉਹਨਾਂ ਸਿਦਕ ਨਹੀਂ ਛੱਡਿਆ। ਉਹਨਾਂ ਨੇ ਜਿਨ੍ਹਾਂ ਦੀ ਬਾਹ ਫੜੀ ਹੈ ਉਹਨਾਂ ਦੀ ਬਾਹ ਕਦੇ ਨਹੀਂ ਛੱਡੀ। ਉਹਨਾਂ ਵਾਸਤੇ ਜਾਨ ਕੁਰਬਾਨ ਦੇ ਦਿੱਤੀ, ਜਾਨ ਕੁਰਬਾਨ ਕਰ ਦਿੱਤੀ, ਆਪਣੀ ਸ਼ਹਾਦਤ ਦਾ ਜਾਮ ਜ਼ਰੂਰ ਪੀਤਾ ਹੈ। ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋਡੀਏ, ਬਾਹ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਹ ਨਾ ਛੋਡੀਏ। ਕਿ ਤੁਸੀਂ ਉਸ ਦਾਦੇ ਦੇ ਪੋਤਰੇ ਹੋ। ਸਾਰੀ ਰਾਤ ਦਾਦੀ ਨੇ ਦ੍ਰਿੜਤਾ ਦੀਆਂ ਗੱਲਾਂ ਕੀਤੀਆਂ, ਸਮਝਾਇਆ ਕਿ ਇਹ ਇਤਿਹਾਸ ਹੈ ਪੁੱਤਰਿਓ ਤੁਹਾਡਾ, ਤੁਸੀਂ ਕਿਤੇ ਡੋਲਿਓ ਨਾ ਕਚਹਿਰੀ ਦੇ ਵਿੱਚ ਜਾ ਕਰਕੇ। ਔਰ ਇਤਿਹਾਸ ਕਹਿੰਦਾ ਜਿਸ ਦਿਨ ਪਹਿਲੇ ਦਿਨ ਬੱਚਿਆਂ ਦੀ ਪੇਸ਼ੀ ਹੈ, ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਅੰਦਰ ਕਚਹਿਰੀ ਦੇ ਜਾਣਾ, ਤੇ ਉੱਥੋਂ ਦੇ ਜਿਹੜੇ ਸ਼ੈਤਾਨ ਨੇ, ਸੁੱਚਾਨੰਦ ਵਰਗੇ ਜਿਹੜੇ ਨੇ, ਉਹਨਾਂ ਨੇ ਕੀ ਕੀਤਾ, ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰਵਾਇਆ। ਛੋਟਾ ਬਾਰੀ ਜਿਹੜੀ ਸੀ ਉਹਨੂੰ ਖੋਲ੍ਹ ਕੇ ਰੱਖਿਆ, ਤੇ ਸਿਪਾਹੀ ਨਾਲ ਨਾਲ ਸਮਝਾਉਂਦੇ ਆਉਂਦੇ ਨੇ ਕਿ ਜਦੋਂ ਤੁਸੀਂ ਦਰਬਾਰ ਵਿੱਚ ਜਾਓਗੇ ਨਾ ਤੇ ਚੁੱਕ ਕਰਕੇ ਵਜ਼ੀਰ ਖਾਨ ਨੂੰ ਸਲਾਮ ਕਰਿਓ। ਤੇ ਅੰਦਰ ਬੈਠੇ ਵਜ਼ੀਰ ਖਾਨ ਨਹੀਂ ਇਹ ਸੋਚਦੇ ਨੇ ਕਿ ਬਾਰੀ ਬੰਦ ਹੈ, ਜਦੋਂ ਬੱਚੇ ਅੰਦਰ ਆਉਣਗੇ ਤੇ ਸਿਰ ਨੀਵਾਂ ਕਰਕੇ ਲੰਘਣਗੇ ਤੇ ਤਾੜੀ ਮਾਰ ਕੇ ਹੱਸ ਕੇ ਕਹਿਣਗੇ ਕਿ ਦੇਖੋ ਬੱਚਿਆਂ ਨੇ ਵੜਦਿਆਂ ਸਾਰ ਹੀ ਕਚਹਿਰੀ ਦੇ ਵਿੱਚ ਸਿਰ ਝੁਕਾ ਦਿੱਤਾ। ਪਰ ਕੌਣ ਜਾਣਦਾ ਸੀ ਇਹ ਬੱਚੇ ਨਹੀਂ, ਇਹ ਬਾਬੇ ਨੇ ਸਾਡੇ, ਔਰ ਇਹਨਾਂ ਤੇ ਸਿੱਖੀ ਦੀ ਨੀਂਹ ਟਿਕਣੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਲਾਲ ਕਚਹਿਰੀ ਦੇ ਵਿੱਚ ਜਾਂਦੇ ਨੇ, ਤੇ ਜਦੋਂ ਕਚਹਿਰੀ ਦਾ ਦਰਵਾਜ਼ਾ ਬੰਦ ਹੋਇਆ ਦੇਖਿਆ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਇੱਕ ਦੂਸਰੇ ਵੱਲੇ ਦੇਖਦੇ ਹੋਇਆਂ ਤੇ ਇਸ਼ਾਰੇ ਦੇ ਵਿੱਚ ਗੱਲ ਕਰਕੇ ਸਭ ਤੋਂ ਪਹਿਲਾ ਪੈਰ ਜਿਹੜਾ ਸੀ ਬਾਬਾ ਜੋਰਾਵਰ ਸਿੰਘ ਨੇ ਅੰਦਰ ਪਾਉਣਾ ਕੀਤਾ। ਸਿਰ ਝੁਕਾ ਕੇ ਨਹੀਂ ਲੰਘੇ, ਪਹਿਲਾਂ ਜਦੋਂ ਪੈਰ ਕੀਤਾ ਬਾਬਾ ਫਤਿਹ ਸਿੰਘ ਜੀ ਅੱਗੇ ਪੈਰ ਕਰਕੇ ਲੰਘੇ। ਤੇ ਜਿਹੜੇ ਜ਼ਾਲਮ ਅੰਦਰ ਬੈਠੇ ਹੋਏ ਇਹ ਉਡੀਕਦੇ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਅੰਦਰ ਆਉਣਗੇ ਤੇ ਉਹਨਾਂ ਦੇ ਸਿਰ ਝੁਕੇ ਹੋਣਗੇ, ਉਹ ਸ਼ਰਮਸਾਰ ਹੋ ਗਏ ਜਦੋਂ ਸਾਹਿਬਜ਼ਾਦਿਆਂ ਦੀਆਂ ਜੁੱਤੀਆਂ ਅੱਗੋਂ ਦੇਖਣੀਆਂ ਪਈਆਂ। ਸਾਹਿਬਜ਼ਾਦਿਆਂ ਨੇ ਅੰਦਰ ਜਾਂਦਿਆਂ ਨਵਾਬ ਨੂੰ ਗਰਜਵੀਂ ਆਵਾਜ਼ ਦੇ ਵਿੱਚ ਕਿਹਾ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸੁੱਚਾਨੰਦ ਵਰਗੇ ਜਿਹੜੇ ਚਾਪਲੂਸ ਸਨ, ਝੋਲੀ ਚੁੱਕ, ਉਹਨਾਂ ਨੇ ਕਿਹਾ ਨਹੀਂ ਇੱਥੇ ਫਤਿਹ ਨਹੀਂ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਨਹੀਂ ਆ, ਇੱਥੇ ਤਾਂ ਝੁੱਕ ਕੇ ਸਲਾਮ ਕਰਨਾ ਪੈਂਦਾ ਹੈ। ਤੇ ਸਾਹਿਬਜ਼ਾਦੇ ਨੇ ਕਿਹਾ ਸੀ, ਕਹਿੰਦੇ ਸਲਾਮ ਕੇਵਲ ਜਿਹੜਾ ਹੈ ਨਾ ਅਸੀਂ ਗੁਰੂ ਨਾਨਕ ਨੂੰ ਕੀਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀਤਾ, ਇਹ ਸਿਰ ਕਿਸੇ ਦੂਸਰੇ ਦੇ ਅੱਗੇ ਨਹੀਂ ਝੁਕ ਸਕਦਾ। ਸੋ ਇਹ ਪਹਿਲੇ ਦਿਨ ਦੀ ਪੇਸ਼ੀ ਹੈ, ਤੇ ਪਹਿਲੇ ਦਿਨ ਦੀ ਪੇਸ਼ੀ 11 ਪੋਹ ਦੀ। ਉਦੋਂ ਬਹੁਤ ਯਤਨ ਕਰੇ ਗਏ, ਬੱਚਿਆਂ ਨੂੰ ਲਾਲਚ ਵੀ ਦਿੱਤਾ ਗਿਆ ਕਿ ਤੁਹਾਡੀ ਉਮਰ ਛੋਟੀ ਹੈ, ਤੁਹਾਨੂੰ ਛੱਡ ਦਿੱਤਾ ਜਾਏਗਾ, ਤੁਹਾਡੇ ਵਿਆਹ ਕੀਤੇ ਜਾ ਸਕਦੇ ਨੇ, ਤੁਹਾਨੂੰ ਰਾਜ ਭਾਗ ਦਿੱਤਾ ਜਾ ਸਕਦਾ ਹੈ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ,
ਉਹ ਕਹਿੰਦਾ ਕੰਨ ਖੋਲ ਕੇ ਸੁਣ ਲੈ ਤੂੰ ਖਾਨ ਵਜੀਦੇ, ਸਿੱਖੀ ਸਿਦਕ ਨਾ ਤੇਰੇ ਤੋਂ ਇਹ ਜਾਨ ਖਰੀਦੇ। ਕਹਿੰਦੇ ਇਹ ਸਿੱਖੀ ਸਿਦਕ ਨੇ, ਇਹ ਖਰੀਦੇ ਨਹੀਂ ਜਾ ਸਕਦੇ ਕਿਉਂਕਿ ਸਿੱਖੀ ਅਨਮੋਲ ਹੈ ਤੇ ਅਨਮੋਲ ਸਿੱਖੀ ਨੂੰ ਖਰੀਦਿਆ ਨਹੀਂ ਜਾ ਸਕਦਾ ਸੰਸਾਰਿਕ ਲਾਲਚਾਂ ਦੇ ਕਰਕੇ। ਉੱਥੇ ਕਹਿੰਦੇ ਵਿਦਵਾਨ ਨੇ ਇੱਕ ਨੇ ਆਖਿਆ, ਕਹਿਣ ਲੱਗੇ ਦਰਬਾਰ ਦੇ ਵਿੱਚ ਗੱਲਾਂ ਇਹ ਹੋਈਆਂ ਕਿ ਜੇਕਰ ਤੁਹਾਨੂੰ ਛੱਡ ਦਈਏ ਤੇ ਫਿਰ ਤੁਸੀਂ ਕੀ ਕਰੋਗੇ। ਬੱਚਿਆਂ ਦੇ ਬੜੇ ਭਾਵਪੂਰਕ ਉੱਤਰ ਸੀ। ਉੱਥੇ ਵਿਦਵਾਨ ਨੇ ਲਿਖਿਆ, ਕਹਿਣ ਲੱਗੇ ਜੰਗਲਾਂ ਵਿੱਚ ਜਾਵਾਂਗੇ ਤੇ ਘੋੜੇ ਇਕੱਠੇ ਕਰਾਂਗੇ, ਸਿੰਘਾਂ ਦੇ ਨਾਲ ਲੜਾਂਗੇ। ਕਹਿੰਦੇ ਨੇ ਫਿਰ ਅਸੀਂ ਆ ਕੇ, ਕਹਿੰਦੇ ਲੜ ਕੇ ਕੀ ਕਰੋਗੇ। ਕਹਿੰਦੇ ਨੇ ਤਖਤ ਤੇਰਾ ਪੁੱਟਾਂਗੇ ਤੇ ਦਰਿਆ ਦੇ ਵਿੱਚ ਸੁੱਟਾਂਗੇ। ਕਹਿੰਦੇ ਕਿੰਨੀ ਦੇਰ ਤੱਕ ਲੜੋਗੇ। ਕਹਿੰਦੇ ਉਨੀ ਦੇਰ ਤੱਕ ਲੜਾਂਗੇ ਜਿੰਨੀ ਦੇਰ ਤੱਕ ਜ਼ੁਲਮ ਖਤਮ ਨਹੀਂ ਹੋ ਜਾਂਦਾ ਜਾਂ ਜਿੰਨੀ ਦੇਰ ਤੱਕ ਅਸੀਂ ਸ਼ਹਾਦਤ ਪ੍ਰਾਪਤ ਨਹੀਂ ਕਰ ਜਾਂਦੇ। ਇਹ ਪਹਿਲੇ ਦਿਨ ਦੀ ਪੇਸ਼ੀ ਹੈ। ਜਦੋਂ ਵਾਪਸ ਪੇਸ਼ੀ ਤੋਂ ਚੱਲ ਕੇ ਆਏ ਤੇ ਆ ਕਰਕੇ ਦਾਦੀ ਮਾਂ ਨੂੰ ਜਿਹੜਾ ਸੀ ਉਹ ਸੁਣਾਉਣਾ ਕੀਤਾ ਕਿ ਅੱਜ ਆ ਕਚਹਿਰੀ ਦੇ ਵਿੱਚ ਆ ਕੁਝ ਹੋਇਆ ਹੈ। ਤੇ ਜਦੋਂ ਕਚਹਿਰੀ ਦੇ ਵਿੱਚੋਂ ਹੋਈ ਬਾਤ ਦਾਦੀ ਨੇ ਸੁਣੀ ਤੇ ਠੰਡੇ ਬੁਰਜ ਦੀ ਦੂਸਰੀ ਰਾਤ ਜਿਹੜੀ ਹੈ ਉਹ ਬਤੀਤ ਹੋਣੀ ਹੈ। ਮਾਂ ਗੁਜਰੀ ਕਿਵੇਂ ਆਪਣੇ ਲਾਲਾਂ ਨੂੰ ਉਹ ਦੂਸਰੀ ਰਾਤ ਵਿੱਚ ਨਿੱਘ ਦਿੰਦੀ ਏ, ਬਾਬਾ ਮੋਤੀ ਰਾਮ ਮਹਿਰਾ ਕਿਵੇਂ ਸੇਵਾ ਕਰਦਾ ਹੈ। ਆਓ ਇਸ ਇਤਿਹਾਸ ਨੂੰ ਵੀ ਜਾਣਦੇ ਹਾਂ ਤੇ ਨਾਲੇ ਕਰਦੇ ਹਾਂ ਉਸ ਠੰਡੇ ਬੁਰਜ ਦੇ ਦਰਸ਼ਨ ਤੇ ਮਹਿਸੂਸ ਕਰਦੇ ਹਾਂ ਕਿ ਕਿਵੇਂ ਦਾਦੀ ਆਪਣੇ ਪੋਤਰਿਆਂ ਨੂੰ ਕਲਾਵੇ ਦੇ ਵਿੱਚ ਲੈ ਕੇ ਬੈਠੀ ਹੈ ਔਰ ਅਸੀਂ ਆਪਣੇ ਬੱਚਿਆਂ ਨੂੰ ਠੰਡੀਆਂ ਰਾਤਾਂ ਦੇ ਵਿੱਚ ਗਰਮ ਰਜਾਈਆਂ ਦੇ ਵਿੱਚ ਬੈਠ ਕੇ ਵੀ ਗੁਰੂ ਦੀ ਸਿੱਖੀ ਤੋਂ ਦੂਰ ਹੋਏ ਪਏ ਹਾਂ। ਮਹਿਸੂਸ ਕਰੀਏ ਕਿ ਕਿਤੇ ਸਾਨੂੰ ਵੀ ਐਸੀ ਸਿੱਖੀ ਕਮਾਉਣੀ ਆ ਜੇ। ਆਓ ਸਭ ਤੋਂ ਪਹਿਲਾਂ ਕਰਦੇ ਹਾਂ ਜੀ ਉਸ ਠੰਡੇ ਬੁਰਜ ਦੇ ਦਰਸ਼ਨ ਔਰ ਜਾਣਦੇ ਹਾਂ ਇਸ ਇਤਿਹਾਸ ਦੇ ਨਾਲ, ਜੁੜਦੇ ਹਾਂ ਮਨ ਕਰਕੇ ਇਤਿਹਾਸ ਦੇ ਨਾਲ। ਆਓ ਕਰੀਏ ਜੀ ਦਰਸ਼ਨ ਠੰਡੇ ਬੁਰਜ ਦੇ। ਇਹ ਦੀਵਾਰਾਂ ਦੇਖ ਕੇ ਕੁਛ ਹੋਣ ਲੱਗ ਜਾਂਦਾ, ਇਹ ਦੀਵਾਰਾਂ ਦੇਖ ਕੇ ਕੁਛ ਹੋਣ ਲੱਗ ਜਾਂਦਾ। ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ, ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ। ਇਹ ਦੀਵਾਰਾਂ ਦੇਖ ਕੇ ਕੁਛ ਹੋਣ ਲੱਗ ਜਾਂਦਾ, ਇਹ ਦੀਵਾਰਾਂ ਦੇਖ ਕੇ ਕੁਛ ਹੋਣ ਲੱਗ ਜਾਂਦਾ। ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ, ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ। ਮੈਂ ਜਦੋਂ ਸਿਰ ਕਿਸ ਜਗ੍ਹਾ ਤੇ ਰੱਖਦਾ, ਡੁੱਲ ਹੀ ਜਾਂਦਾ ਪਾਣੀ ਮੇਰੀ ਅੱਖ ਦਾ। ਮੈਂ ਬਥੇਰਾ ਰੋਕਦਾ ਪਰ ਚੋਣ ਲੱਗ ਜਾਂਦਾ, ਮੈਂ ਬਥੇਰਾ ਰੋਕਦਾ ਪਰ ਚੋਣ ਲੱਗ ਜਾਂਦਾ। ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ, ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ। ਨਾ ਇਹ ਰਿਸ਼ਤਾ ਖੂਨ ਦਾ ਨਾ ਜਾਤ ਦਾ, ਨਾ ਇਹ ਰਿਸ਼ਤਾ ਖੂਨ ਦਾ ਨਾ ਜਾਤ ਦਾ। ਆਤਮਾ ਦਾ ਪਿਆਰ ਦਾ ਜਜ਼ਬਾਤ ਦਾ, ਲਾਲਾਂ ਦਾ ਬਲੀਦਾਨ ਦਿਲ ਨੂੰ ਛੋਣ ਲੱਗ ਜਾਂਦਾ, ਲਾਲਾਂ ਦਾ ਬਲੀਦਾਨ ਦਿਲ ਨੂੰ ਛੋਣ ਲੱਗ ਜਾਂਦਾ। ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ, ਕੀ ਕਰਾਂ ਬਦੋ
ਧੰਨ ਮੋਤੀ ਜਿਨ ਦੁੱਧ ਪਿਲਾਇਆ, ਗੁਰੂ ਲਾਲਾਂ ਤਾਈਂ ਪੁੰਨ ਕਮਾਇਆ। ਗੁਰੂ ਲਾਲਾਂ ਦੇ ਵਾਸਤੇ ਪੁੰਨ ਦਾ ਕਰਮ ਕੀਤਾ ਬਾਬਾ ਮੋਤੀ ਰਾਮ ਜੀ ਨੇ। ਇਤਿਹਾਸ ਦੇ ਵਿੱਚ ਇਹ ਹਵਾਲੇ ਮਿਲਦੇ ਨੇ ਕਿ ਬਾਬਾ ਮੋਤੀ ਰਾਮ ਜੀ ਜਿਹੜੇ ਸਨ ਨਾ, ਕਿ ਉਹਨਾਂ ਦਾ ਘਰ ਇੱਥੇ ਨਗਰ ਦੇ ਵਿੱਚ ਹੈ, ਪਰ ਉਹਨਾਂ ਦਾ ਆਉਣਾ ਜਾਣਾ ਇਸ ਕਿਲੇ ਦੇ ਵਿੱਚ, ਇਸ ਠੰਡੇ ਬੁਰਜ ਦੇ ਵਿੱਚ ਇਹਨਾਂ ਸਿਪਾਹੀਆਂ ਦੇ ਨਾਲ ਮੇਲ ਜੋਲ ਥੋੜ੍ਹਾ ਬਹੁਤਾ ਹੈ ਸੀ। ਘਰਵਾਲੀ ਦੇ ਨਾਲ ਗੱਲ ਕੀਤੀ ਕਿ ਗੁਰੂ ਕੀ ਮਾਤਾ ਔਰ ਸਤਿਗੁਰ ਮਹਾਰਾਜ ਜੀ ਦੇ ਛੋਟੇ ਛੋਟੇ ਲਾਲ, ਜਿਨ੍ਹਾਂ ਦੀ ਛੋਟੀਆਂ ਛੋਟੀਆਂ ਉਮਰਾਂ ਨੇ, ਔਰ ਉਸ ਰਾਤ ਉਹਨਾਂ ਨੇ ਠੰਡੇ ਬੁਰਜ ਦੇ ਵਿੱਚ ਕੱਟੀ ਹੈ। ਘਰਵਾਲੀ ਦੇ ਨਾਲ ਸਲਾਹ ਕਰਕੇ ਔਰ ਇਹ ਗੱਲ ਕੀਤੀ ਕਿ ਸਾਨੂੰ ਕੁਝ ਨਾ ਕੁਝ ਉਹਨਾਂ ਵਾਸਤੇ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ, ਉਹਨਾਂ ਨੂੰ ਖਾਣ ਨੂੰ ਕੁਝ ਨਹੀਂ ਦਿੱਤਾ ਗਿਆ, ਅਤੇ ਉਹ ਅੱਜ ਵੀ ਸਾਰਾ ਦਿਨ ਕਚਹਿਰੀ ਦੇ ਵਿੱਚ ਪੇਸ਼ੀਆਂ ਭੁਗਤਦੇ ਨੇ, ਪਰ ਉਹਨਾਂ ਦੇ ਵਾਸਤੇ ਕੁਝ ਵੀ ਚੰਗਾ ਸੋਚਣ ਵਾਲਾ ਉੱਥੇ ਕੋਈ ਵੀ ਨਹੀਂ ਸੀ। ਉਹਨਾਂ ਨੇ ਆਪਣੇ ਗਹਿਣੇ ਇਕੱਠੇ ਕੀਤੇ, ਲਿਆ ਕਰਕੇ ਪਹਿਰੇਦਾਰਾਂ ਨੂੰ ਦਿੰਦੇ ਨੇ, ਅਤੇ ਬਾਬਾ ਮੋਤੀ ਰਾਮ ਘਰ ਦੇ ਵਿੱਚ ਦੁੱਧ ਜਿਹੜਾ ਲਿਆ ਕਰਕੇ ਸੀ ਉਹ ਗੁਰੂ ਕੀ ਮਾਤਾ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਛਕਾਉਣਾ ਕਰਦੇ ਆ। ਮਾਤਾ ਨੇ ਅਸੀਸ ਦਿੰਦਿਆਂ ਆਖਿਆ ਸੀ, ਕਹਿੰਦੇ ਮੋਤੀ ਰਾਮ, ਤੂੰ ਬੜਾ ਪੁੰਨ ਦਾ ਕਰਮ ਕੀਤਾ, ਪਰ ਤੂੰ ਆਈ ਨਾ, ਤੇਰੇ ਪਰਿਵਾਰ ਦੇ ਉੱਪਰ ਦੁੱਖ ਆਏਗਾ। ਇਹ ਜ਼ਾਲਮ ਨੇ, ਇਹ ਤੇਰੇ ਪਰਿਵਾਰ ਨੂੰ ਦੁਖੀ ਕਰਨਗੇ। ਪਰ ਉਹਨੇ ਕਿਹਾ ਸੀ, ਕਹਿੰਦਾ ਮਾਂ, ਜਿਹੜੀ ਸੇਵਾ ਮੈਨੂੰ ਵਾਹਿਗੁਰੂ ਨੇ, ਗੁਰੂ ਸਾਹਿਬ ਜੀ ਨੇ ਦਿੱਤੀ, ਮੈਨੂੰ ਇਹ ਸੇਵਾ ਤੋਂ ਵਾਂਝਿਆ ਨਾ ਕਰੋ। ਮੈਂ ਇਹ ਸੇਵਾ ਕਰ ਲਵਾਂ ਅਤੇ ਮੇਰਾ ਜੀਵਨ ਸਫਲਾ ਹੋ ਜਾਏ, ਭਾਵੇਂ ਇਹਦੇ ਵਾਸਤੇ ਮੈਨੂੰ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਏ। ਇਤਿਹਾਸ ਕਹਿੰਦਾ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਵਿੱਚ ਬਾਬਾ ਮੋਤੀ ਰਾਮ ਜਿਹੜੇ ਸਨ ਨਾ, ਉਹਨਾਂ ਦੇ ਛੋਟੇ ਜਿਹੇ ਬੱਚੇ ਨੂੰ, ਉਹਨਾਂ ਦੀ ਘਰਵਾਲੀ ਨੂੰ, ਉਹਨਾਂ ਦੀ ਮਾਤਾ ਨੂੰ ਬਾਬਾ ਮੋਤੀ ਰਾਮ ਜੀ ਨੂੰ ਕੋਲੂ ਦੇ ਵਿੱਚ ਪੀੜ ਕੇ ਇਸ ਜ਼ਾਲਮ ਹਕੂਮਤ ਨੇ ਸ਼ਹੀਦ ਕਰ ਦਿੱਤਾ ਸੀ। ਦੂਸਰੇ ਦਿਨ ਦੀ ਪੇਸ਼ੀ ਹੋਣੀ ਹੈ। ਅੱਜ ਮਲੇਰਕੋਟਲੇ ਦੇ ਨਵਾਬ ਨੂੰ ਵੀ ਅੱਜ ਸੱਦਿਆ ਜਾਂਦਾ ਹੈ, ਔਰ ਵਜ਼ੀਰ ਖਾਂ ਚਾਹੁੰਦਾ ਸੀ ਕਿ ਸਾਹਿਬਜ਼ਾਦਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਹੀਦ ਜ਼ਰੂਰ ਕੀਤਾ ਜਾਵੇ, ਔਰ ਸ਼ਹੀਦ ਕਰਨ ਵਾਸਤੇ ਉਹ ਆਪਣੇ ਉੱਪਰ ਗੱਲ ਨਾ ਆਵੇ, ਔਰ ਮੋਹਰਾ ਜਿਹੜਾ ਹੈ ਉਹ ਬਣਾਉਣਾ ਚਾਹੁੰਦਾ ਹੈ ਮਲੇਰਕੋਟਲੇ ਦੇ ਨਵਾਬ ਨੂੰ। ਮਲੇਰਕੋਟਲੇ ਦੇ ਨਵਾਬ ਅੱਜ ਵੀ ਬੈਠਾ ਹੈ ਦਰਬਾਰ ਦੇ ਵਿੱਚ, ਵਜ਼ੀਰ ਖਾਂ ਬੈਠਾ ਹੈ, ਸੁੱਚਾ ਨੰਦ ਵਰਗੇ ਉੱਥੇ ਬੈਠੇ ਹੋਏ ਨੇ। ਅਤੇ ਸਾਹਿਬਜ਼ਾਦਿਆਂ ਨੂੰ ਜਦੋਂ ਉੱਥੇ ਪੇਸ਼ੀ ਦੇ ਵਾਸਤੇ ਸੱਦਿਆ ਗਿਆ ਅਤੇ ਬੜੇ ਸਵਾਲ ਕੀਤੇ ਗਏ, ਪਰ ਉੱਥੇ ਨਵਾਬ ਮਲੇਰਕੋਟਲਾ ਨੇ ਇੰਨੀ ਗੱਲ ਜ਼ਰੂਰ ਆਖੀ ਸੀ, ਕਹਿਣ ਲੱਗਾ, ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਇਨਕੇ ਬਾਪ ਸੇ, ਖੁਦਾ ਬਚਾਏ ਹਮੇਂ ਐਸੇ ਪਾਪ ਸੇ। ਉਹਨੇ ਇਹ ਗੱਲ ਜ਼ਰੂਰ ਆਖੀ ਸੀ, ਕਹਿਣ ਲੱਗੇ ਵਜ਼ੀਰ ਖਾਂ, ਬੱਚਿਆਂ ਅਤੇ ਔਰਤਾਂ ਦੇ ਉੱਤੇ ਜ਼ੁਲਮ ਕਰਨਾ ਇਸਲਾਮ ਨੂੰ ਨਹੀਂ ਸੋਭਦਾ, ਤੂੰ ਇਹਨਾਂ ਨੂੰ ਛੱਡ ਦੇ। ਪਰ ਉੱਥੇ ਸੁੱਚਾ ਨੰਦ ਵਰਗੇ ਜਿਹੜੇ ਆਖਦੇ ਸੀ, ਉਹ ਕਹਿੰਦੇ ਨਹੀਂ, ਸੱਪ ਦੇ ਬੱਚੇ ਤਾਂ ਸੱਪ ਹੁੰਦੇ ਆ। ਕਹਿਣ ਲੱਗੇ ਇਹਨਾਂ ਵੀ ਵੱਡੇ ਹੋ ਕੇ ਤੈਨੂੰ ਡੰਗ ਮਾਰਨਾ। ਉਹਨੇ ਕਿਹਾ ਸੀ ਇਹ ਮਾਸੂਮ ਅਸਤ, ਉਹ ਕਹਿੰਦਾ ਨਹੀਂ, ਇਹ ਫਰਜ਼ੰਦ ਨੇ ਸੱਪ ਦੇ, ਇਹ ਤਾਂ ਬੱਚੇ ਨੇ ਸੱਪ ਦੇ, ਇਹ ਤੈਨੂੰ ਕੱਲ੍ਹ ਨੂੰ ਦੱਸਣਗੇ। ਅਤੇ ਹੋਇਆ ਵੀ ਇਸ ਤਰ੍ਹਾਂ। ਵਜ਼ੀਰ ਖਾਂ ਨੂੰ ਭਰਮਾਉਣ ਦੇ ਵਾਸਤੇ ਸੁੱਚਾ ਨੰਦ ਨੇ ਬਾਹਰ 3 ਦੁਕਾਨਾਂ ਲਵਾ ਦਿੱਤੀਆਂ, ਇੱਕ ਖਾਣ ਪੀਣ ਦੀ, ਇੱਕ ਖਿਡੌਣਿਆਂ ਦੀ, ਅਤੇ ਇੱਕ 'ਤੇ ਸ਼ਸਤਰ ਰੱਖ ਦਿੱਤੇ। ਉਹਨੇ ਕਿਹਾ, ਆਓ ਮੈਂ ਤੁਹਾਨੂੰ ਦਿਖਾਉਣਾ ਹੈ, ਇਹ ਬਾਗੀ ਦੇ ਬੱਚੇ ਨੇ ਅਤੇ ਇਹ ਕੀ ਕੁਝ ਕਰ ਸਕਦੇ ਆ। ਬੱਚੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਬਾਹਰ ਲਿਆਂਦਾ ਗਿਆ। ਕਈ ਦਿਨਾਂ ਦੇ ਗੁਰੂ ਕੇ ਲਾਲ ਜਿਹੜੇ ਨੇ ਉਹ ਭੁੱਖ ਤੇ ਧਿਆਏ ਰੱਖੇ ਗਏ ਨੇ, ਪਰ ਉਹਨਾਂ ਨੇ ਨਾ ਤਾਂ ਮਠਿਆਈ ਦੀ ਦੁਕਾਨ ਤੋਂ ਕੁਝ ਚੁੱਕਿਆ, ਨਾ ਉਹਨਾਂ ਨੇ ਖਿਡੌਣਿਆਂ ਵਾਲੀ ਦੁਕਾਨ ਤੋਂ ਕੁਝ ਲਿਆ। ਜਿਹੜੇ ਸ਼ਸਤਰ ਰੱਖੇ ਗਏ ਸਨ, ਦੋਨੋਂ ਹੀ ਸਾਹਿਬਜ਼ਾਦਿਆਂ ਨੇ ਸ਼ਸਤਰ ਜਿਹੜੇ ਸਨ ਹੱਥਾਂ ਵਿੱਚ ਪਕੜ ਲਏ। ਅਤੇ ਸੁੱਚਾ ਨੰਦ ਕਹਿੰਦਾ, ਦੇਖੋ ਵਜ਼ੀਰ ਖਾਂ, ਬਾਗੀ ਦੇ ਪੁੱਤਰ ਬਾਗੀਆਂ ਵਾਲੇ ਕਰਮ ਕਰਦੇ ਆ, ਦੇਖੋ ਇਹਨਾਂ ਨੇ ਹਥਿਆਰ ਹੱਥਾਂ ਵਿੱਚ ਚੁੱਕੇ ਹੋਏ ਨੇ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਵਾਰੀ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਗੱਤਕਾ ਉਹ ਖੇਡਦੇ ਨੇ, ਅਤੇ ਸਤਿਗੁਰ ਮਹਾਰਾਜ ਬੜੇ ਖੁਸ਼ ਨੇ। ਬਾਬਾ ਫਤਿਹ ਸਿੰਘ ਨੇ ਕਿਹਾ ਸੀ ਕਿ ਮੈਂ ਵੀ ਖੇਡਣਾ, ਅਤੇ ਸਤਿਗੁਰ ਮਹਾਰਾਜ ਨੇ ਕਿਹਾ ਕਿ ਪੁੱਤਰ ਤੂੰ ਅਜੇ ਛੋਟਾ ਹੈ। ਫਿਰ ਉੱਚੀ ਸਾਰੀ ਦਸਤਾਰ ਬਣ ਕੇ ਆਏ, ਅਤੇ ਦਸਤਾਰ ਬਣ ਕੇ ਕਹਿੰਦੇ ਨੇ, ਦੇਖੋ ਪਿਤਾ ਜੀ, ਹੁਣ ਤਾਂ ਮੈਂ ਵੱਡਾ ਹੋ ਗਿਆ ਨਾ। ਅਤੇ ਸਤਿਗੁਰ ਮਹਾਰਾਜ ਕਹਿੰਦੇ, ਹਾਂ ਤੂੰ ਬਿਲਕੁਲ ਵੱਡਾ ਹੋ ਗਿਆ ਬਾਬਾ ਫਤਿਹ ਸਿੰਘ ਜੀ, ਤੁਸੀਂ ਉਹ ਕੰਮ ਕਰੋਗੇ ਸੰਸਾਰ 'ਤੇ ਜਿਹੜੇ ਵੱਡੇ ਵੀ ਨਹੀਂ ਕਰ ਪਾਉਂਦੇ, ਤੁਸੀਂ ਉਹ ਇਤਿਹਾਸ ਰੱਖ ਜੋਗੇ। ਸੱਚ ਕਰਕੇ ਜਾਣੋ, ਇਹ ਦਸਤਾਰ ਸਤਿਗੁਰ ਮਹਾਰਾਜ ਨੇ ਜਿਹੜਾ ਤਾਜ ਸਾਨੂੰ ਬਖਸ਼ਿਆ ਹੈ, ਇਹ ਤਾਂ ਜ਼ਿੰਮੇਵਾਰੀਆਂ ਨੇ ਸਿੱਖੀ ਦੀਆਂ। ਅਤੇ ਮਹਾਰਾਜ ਕਹਿੰਦੇ, ਜਿੰਨਾ ਵੱਡਾ ਇਹ ਤਾਜ ਹੈ, ਉਨੀਆਂ ਹੀ ਵੱਡੀਆਂ ਜ਼ਿੰਮੇਵਾਰੀਆਂ ਨੇ। ਦੁੰਨਾ ਸਿੰਘ ਹਿੰਡੋਲੀਆ, ਉਹ ਇਸ ਗੱਲ ਨੂੰ ਬੜੇ ਉਹਨੇ ਲਿਖਿਆ ਹੈ ਕਿ ਕਹਿੰਦੇ ਸਾਹਿਬਜ਼ਾਦਿਆਂ ਨੂੰ ਫਿਰ ਦਰਬਾਰ ਦੇ ਵਿੱਚ ਡਰਾਇਆ ਗਿਆ,
ਤਸੀਹੇ ਦਿੱਤੇ ਗਏ। ਛੋਟੇ ਸਾਹਿਬਜ਼ਾਦਿਆਂ ਦੇ ਹੱਥਾਂ ਦੇ ਵਿੱਚ ਰੂੰ ਦੀਆਂ ਬੱਤੀਆਂ ਰੱਖ ਕੇ ਤੇ ਉਹਨਾਂ ਨੂੰ ਅੱਗ ਲਗਾਈ ਗਈ, ਉਹਨਾਂ ਦੀ ਚਮੜੀ ਨੂੰ ਸਾੜਿਆ ਗਿਆ। ਸੋਚਦੇ ਸੀ ਸ਼ਾਇਦ ਇਸ ਤਰ੍ਹਾਂ ਡਰ ਜਾਣਗੇ। ਸ਼ਮਕਾਂ ਮਾਰੀਆਂ ਗਈਆਂ, ਸੋਚਿਆ ਸੀ ਇਸ ਤਰ੍ਹਾਂ ਡਰ ਜਾਣਗੇ। ਦਰਖਤ ਦੇ ਨਾਲ ਬੰਨ੍ਹ ਕੇ, ਪਿੱਪਲ ਦੇ ਨਾਲ ਬੰਨਿਆ ਗਿਆ ਤੇ ਗੁਲੇਲੇ ਮਾਰੇ ਗਏ ਤੇ ਬਾਰ-ਬਾਰ ਇਹੀ ਪੁੱਛਦੇ ਸੀ ਕਿ ਜੇਕਰ ਤੁਸੀਂ ਸਿੱਖੀ ਨੂੰ ਛੱਡ ਦਿਓ, ਇਸਲਾਮ ਕਬੂਲ ਕਰ ਲਓ ਤੇ ਕਹਿੰਦੇ ਤੁਹਾਨੂੰ ਜਿਹੜਾ ਹੈ ਛੱਡ ਦਿੱਤਾ ਜਾਏਗਾ। ਪਰ ਕਹਿੰਦੇ ਨੇ ਦੁੱਨਾ ਸਿੰਘ ਹੰਡੋਰੀਆ ਲਿਖਦੇ ਨੇ, ਕਹਿੰਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੇ ਅੱਖ ਦੇ ਕੋਲ ਗੁਲੇਲਾ ਲੱਗਿਆ, ਲਹੂ ਅੱਖ ਦੇ ਵਿੱਚੋਂ ਨਿਕਲਦਾ ਹੈ, ਹੱਥ ਖੋਲੇ ਗਏ ਤੇ ਸਾਹਿਬਜ਼ਾਦੇ ਨੇ ਹੱਥ ਜਿਹੜਾ ਆਪਣੀ ਅੱਖ ਦੇ ਉੱਪਰ ਰੱਖਿਆ ਤੇ ਕਹਿੰਦੇ ਉਹਨਾਂ ਨੇ ਫਿਰ ਪੁੱਛਿਆ, ਕਹਿੰਦੇ ਇਸਲਾਮ ਕਬੂਲ ਹੈ ਕਿ ਨਹੀਂ? ਤੇ ਸਾਹਿਬਜ਼ਾਦੇ ਨੇ ਬੋਲੇ ਤਾਂ ਨਹੀਂ, ਪਰ ਕਹਿੰਦੇ ਨੇ ਹੱਥ ਰੱਖ ਕੇ ਤੇ ਬਿਲਕੁਲ ਸਿਰ ਨਾਂ ਦੇ ਵਿੱਚ ਹਿਲਾ ਕੇ ਕਿਹਾ ਸੀ, ਕਹਿੰਦੇ ਨੇ ਨਹੀਂ, ਇਹ ਸਿੱਖੀ ਸਿਦਕਿਆ, ਇਹ ਸਵਾਸਾਂ ਤੱਕ ਨਿਭ ਜਾਏਗਾ, ਇਹ ਐਵੇਂ ਨਹੀਂ ਛੱਡਿਆ ਜਾ ਸਕਦਾ। ਸੋ ਇਹ ਦੂਸਰੇ ਦਿਨ ਦੀ ਪੇਸ਼ੀ ਤੋਂ ਬਾਅਦ ਵਿੱਚ ਮਾਤਾ ਜੀ ਨੂੰ ਆ ਕੇ ਮਿਲੇ, ਦੱਸਿਆ, ਹੱਥ ਆਪਣੇ ਦਿਖਾਉਂਦੇ ਨੇ, ਕਹਿੰਦੇ ਨੇ ਮਾਤਾ ਜੀ ਦੇਖੋ ਮੇਰੇ ਹੱਥਾਂ ਨੂੰ ਸਾੜਿਆ ਗਿਆ, ਸਾਨੂੰ ਸ਼ਮਕਾਂ ਮਾਰੀਆਂ ਗਈਆਂ ਨੇ। ਤੇ ਮਾਤਾ ਜੀ ਹੱਥਾਂ ਨੂੰ ਵੀ ਚੁੰਮਿਆ, ਪਰ ਨਾਲ ਮਾਤਾ ਜੀ ਨੇ ਇਹ ਗੱਲ ਆਖੀ ਸੀ ਕਿ ਪੁੱਤਰੋ ਦੇਖਿਓ ਕੱਲ ਨੂੰ ਹੋਰ ਵੀ ਕੋਈ ਕੁਝ ਹੋਣਾ। ਤੇ ਕਹਿੰਦੇ ਉੱਥੇ ਵਜ਼ੀਰ ਖਾਨ ਨੇ ਇਹ ਫਤਵਾ ਵੀ ਜਾਰੀ ਕਰ ਦਿੱਤਾ ਹੈ, ਜੇਕਰ ਤੁਸੀਂ ਇਸਲਾਮ ਕਬੂਲ ਨਹੀਂ ਕਰਨਾ ਤੇ ਤੁਹਾਨੂੰ ਕੱਲ ਨੂੰ ਨੀਹਾਂ ਦੇ ਵਿੱਚ ਚੁਣਨਾ ਹੈ। ਦਾਦੀ ਮਾਂ ਨੇ ਆਪਣੇ ਬੱਚਿਆਂ ਨੂੰ, ਪੋਤਰਿਆਂ ਨੂੰ ਹਿੱਕ ਦੇ ਨਾਲ ਲਾਇਆ, ਸਾਰੀ ਰਾਤ ਨਿੱਘ ਦਿੰਦੇ ਰਹੇ। ਠੰਡੀ ਬੁਰਜ ਦੇ ਵਿੱਚ ਉਹ ਠੰਡੀ ਰਾਤ ਜਿਹੜੀ ਸੀ ਅੱਜ ਤੀਸਰੀ ਰਾਤ ਠੰਡੇ ਦੇ ਵਿੱਚ ਗੁਜ਼ਰਦੀ ਆ ਤੇ ਸਵੇਰ ਹੁੰਦੀ ਆ, ਲੈਣ ਵਾਸਤੇ ਜਿਹੜੇ ਸਿਪਾਹੀ ਆਉਂਦੇ ਨੇ ਤੇ ਦਾਦੀ ਮਾਂ ਕਹਿੰਦੀ ਹੈ ਕਿ ਥੋੜਾ ਚਿਰ ਰੁਕ ਜਾਓ, ਮੈਂ ਬੱਚਿਆਂ ਨੂੰ ਤਿਆਰ ਕਰ ਲਵਾਂ। ਅੱਜ ਦਾਦੀ ਆਪ ਬੱਚਿਆਂ ਦੀਆਂ ਦਸਤਾਰਾਂ ਸਜਾਈਆਂ, ਛੋਟੀਆਂ ਛੋਟੀਆਂ ਕਲਗੀਆਂ ਜਿਹੜੀਆਂ ਸੀ ਉਹ ਦਸਤਾਰ ਦੇ ਉੱਪਰ ਲਾਉਣੀਆਂ ਕੀਤੀਆਂ। ਤੇ ਕਵੀ ਯੋਗੀ ਅੱਲਾ ਯਾਰ ਖਾਨ ਲਿਖਦਾ ਹੈ, ਆਓ ਤੁਮੇ ਜਾਣੇ ਸੇ ਪਹਿਲੇ ਦੁਲਹਾ ਤੋਂ ਬਣਾ ਲੂੰ। ਕਹਿੰਦੇ ਨੇ ਆਓ ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਦੁਲਹਾ ਤੇ ਬਣਾ ਲਾਂ। ਤੁਸੀਂ ਅੱਜ ਮੌਤ ਲਾੜੀ ਨੂੰ ਵਿਆਹੁਣ ਵਾਸਤੇ ਚੱਲੇ ਹੋ ਤੇ ਸਤਿਗੁਰੂ ਮਹਾਰਾਜ ਜੀ ਦੇ ਸਪੁੱਤਰਾਂ ਦੇ ਸੀਸ ਦੇ ਉੱਪਰ ਕਲਗੀਆਂ ਛੋਟੀਆਂ ਛੋਟੀਆਂ ਲਾਉਣੀਆਂ ਕੀਤੀਆਂ। ਜਾਣੇ ਸੇ ਪਹਿਲੇ ਤੁਮੇ ਦੁਲਹਾ ਤੋਂ ਬਣਾ ਲੂੰ, ਨੰਨੀ ਸੀ ਕਲਗੀ ਤੁਮਾਰੇ ਸੀਸ ਪਰ ਤੋਂ ਸਜਾ ਲੂੰ। ਕਹਿਣ ਲੱਗੇ ਉਹ ਕਲਗੀਆਂ ਸਜਾ ਕੇ ਤੇ ਦਾਦੀ ਮਾਂ ਇਸ ਠੰਡੇ ਬੁਰਜ ਦੇ ਉੱਤੋਂ, ਦੇਖੋ ਇਤਿਹਾਸ ਅੱਜ ਅਸੀਂ ਦੇਖਦੇ ਹਾਂ ਨਾ ਕਿ ਪਰਿਵਾਰ ਦੇ ਵਿੱਚ ਬੈਠੇ ਤੇ ਸਾਡੇ ਪਰਿਵਾਰ ਦੇ ਵਿੱਚ ਕਿਵੇਂ ਦਾ ਉਹ ਦਿਲ ਹੋਵੇਗਾ ਦਾਦੀ ਦਾ ਕਿ ਪੋਤਰਿਆਂ ਨੇ ਅੱਜ ਤੁਰ ਕੇ ਜਾਣਾ ਤੇ ਕਹਿੰਦੇ ਨੇ ਤੁਰੇ ਜਾ ਰਹੇ ਨੇ ਪੋਤਰੇ, ਪਰ ਦਾਦੀ ਅੱਜ ਦੇਖਦੀ ਪਈ ਆ ਕੱਲ ਵੀ ਗਏ ਸੀ ਪਰ ਪਰਤ ਕੇ ਵਾਪਸ ਆ ਗਏ ਸੀ, ਅੱਜ ਗਏ ਨੇ ਤੇ ਅੱਜ ਪਰਤ ਕੇ ਇਹਨਾਂ ਨੇ ਕਦੀ ਵਾਪਸ ਨਹੀਂ ਆਉਣਾ। ਤੇ ਦਾਦੀ ਇਸ ਠੰਡੇ ਬੁਰਜ ਤੋਂ ਸਾਹਿਬਜ਼ਾਦਿਆਂ ਨੂੰ ਦੇਖਦੀ ਆ ਤੇ ਅੱਜ ਜ਼ਾਲਮ ਜਿਹੜੇ ਨੇ ਉਹ ਇੱਕ ਮੈਦਾਨ ਦੇ ਵਿੱਚ ਇਕੱਠੇ ਹੋਏ ਨੇ, ਜਿੱਥੇ ਮਿਸਤਰੀ ਰੱਖੇ ਗਏ, ਜਿੱਥੇ ਇੱਟਾਂ ਰੱਖੀਆਂ ਗਈਆਂ, ਜਿੱਥੇ ਉਹ ਜ਼ਾਲਮ ਸ਼ਾਸਲ ਬੇਗ ਤੇ ਬਾਸ਼ਲ ਬੇਗ ਜਿਹੜੇ ਪੇਸ਼ੀ ਭੁਗਤਣ ਆਏ ਸੀ ਉਹਨਾਂ ਨੂੰ ਵੀ ਲਿਆਂਦਾ ਗਿਆ ਕਿ ਜਿੱਥੇ ਕਰਕੇ ਸਾਹਿਬਜ਼ਾਦਿਆਂ ਨੂੰ ਕਤਲ ਕੀਤਾ ਜਾ ਸਕੇ, ਉਹਨਾਂ ਨੂੰ ਤਸੀਹੇ ਦਿੱਤੇ ਜਾ ਸਕਣ। ਆਓ ਉਸ ਅਸਥਾਨ ਦੇ ਵੀ ਕਰਦੇ ਹਾਂ ਦਰਸ਼ਨ, ਜਿਨ੍ਹਾਂ ਨੀਹਾਂ ਦੇ ਵਿੱਚ ਸਾਹਿਬਜ਼ਾਦੇ ਖੜੇ ਹੋ ਗਏ ਤੇ ਜਿੱਥੇ ਖੜੇ ਹੋ ਕੇ ਉਹਨਾਂ ਨੇ ਸਿੱਖੀ ਦਾ ਮਹਿਲ ਜਿਹੜਾ ਸੀ ਉਹ ਉੱਚਾ ਕਰ ਦਿੱਤਾ। ਆਓ ਕਰਦੇ ਹਾਂ ਜੀ ਉਸ ਪਾਵਨ ਅਸਥਾਨ ਗੁਰਦੁਆਰਾ ਜੋਤੀ ਸਰੂਪ ਦੇ ਦਰਸ਼ਨ, ਜਿੱਥੇ ਸਾਹਿਬਜ਼ਾਦਿਆਂ ਨੇ ਕੁਰਬਾਨੀ ਦੇ ਕੇ ਸਿੱਖੀ ਦੇ ਮੰਜ਼ਰ ਦਾ ਮਹਿਲ ਖੜਾ ਕੀਤਾ ਹੈ। ਸਾਧ ਸੰਗਤ ਜੀ, ਅੱਜ 13 ਪੋਹ ਦੇ ਦਿਨ ਸਾਹਿਬਜ਼ਾਦਿਆਂ ਨੂੰ ਫਿਰ ਇਸ ਸਥਾਨ ਤੇ, ਜਿੱਥੇ ਗੁਰਦੁਆਰਾ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਗੁਰਦੁਆਰਾ ਜੋਤੀ ਸਰੂਪ, ਇਸ ਸਥਾਨ ਤੇ ਲਿਆਂਦਾ ਜਾਂਦਾ। ਬਿਲਕੁਲ ਠੰਡੇ ਬੁਰਜ ਤੋਂ ਕੋਲ ਹੀ ਇਹ ਅਸਥਾਨ ਸੀ। ਸਾਹਿਬਜ਼ਾਦਿਆਂ ਨੂੰ ਲਿਆ ਕਰਕੇ ਨੀਹਾਂ ਦੇ ਵਿੱਚ ਜਿਹੜਾ ਸੀ ਉਹ ਖੜਾ ਕੀਤਾ ਗਿਆ। ਕੰਧ ਉਸਰਨੀ ਸ਼ੁਰੂ ਹੁੰਦੀ ਆ। ਵਜ਼ੀਰ ਖਾਂ, ਕਾਜੀ ਇਤਿਆਦਿਕ ਉੱਥੇ ਇਹ ਗੱਲ ਆਖਦੇ ਆ ਕਿ ਇਹ ਜਿਹੜੀਆਂ ਇੱਟਾਂ ਨੇ ਇਹ ਤੋੜ ਕੇ ਨਹੀਂ ਲਾਉਣੀਆਂ, ਇੱਟਾਂ ਜਿਹੜੀਆਂ ਨੇ ਇਹ ਸਬੂਤੀਆਂ ਲਾਉਣੀਆਂ ਨੇ, ਭਾਵ ਕਿ ਸਾਬਤ ਲਾਉਣੀਆਂ ਨੇ, ਤੋੜ ਕੇ ਇੱਟ ਨਾ ਲਾਈ ਜਾਵੇ। ਤੇ ਜੇਕਰ ਇੱਟ ਨਹੀਂ ਲੱਗਦੀ ਤੇ ਉਹਦੇ ਵਾਸਤੇ ਕਹਿੰਦੇ ਨੇ ਭਾਵੇਂ ਸਰੀਰ ਦਾ ਅੰਗ ਤੇ ਤੋੜ ਦਿੱਤਾ ਜਾਵੇ ਪਰ ਇੱਟ ਨਹੀਂ ਟੁੱਟਣੀ ਚਾਹੀਦੀ, ਸਰਕਾਰੀ ਇੱਟ ਦਾ ਨੁਕਸਾਨ ਨਾ ਹੋਵੇ। ਵਜ਼ੀਰ ਖਾਂ ਦੇ ਹੁਕਮ ਦੇ ਨਾਲ ਰਾਜ ਮਿਸਤਰੀ ਇੱਟਾਂ ਲਾਉਂਦੇ ਨੇ। ਕਹਿੰਦੇ ਨੇ ਕੰਧ ਜਦੋਂ ਚਿੰਦੀ ਹੋਈ ਸਾਹਿਬਜ਼ਾਦਿਆਂ ਦੇ ਗੋਡਿਆਂ ਤੱਕ ਆਉਂਦੀ ਏ ਤੇ ਬਾਬਾ ਫਤਿਹ ਸਿੰਘ ਜੀ ਦੇ ਗੋਡਿਆਂ ਦੀਆਂ ਚੱਪਣੀਆਂ ਅੱਗੇ ਆਉਂਦੀਆਂ ਨੇ ਤੇ ਇੱਟ ਠੀਕ ਨਹੀਂ ਲੱਗਦੀ
ਤੇ ਕਾਜੀ ਉੱਥੇ ਹੁਕਮ ਕਰਦਾ ਹੈ ਕਿ ਗੋਡੇ ਨੂੰ ਛਾਂਗ ਦਿੱਤਾ ਜਾਵੇ ਤੇ ਇੱਟ ਸਾਬਤ ਲਾਈ ਜਾਏ। ਕਹਿੰਦੇ ਨੇ ਉਸ ਵੇਲੇ ਤੇਸੀ ਮਾਰੀ ਜਾਂਦੀ ਸਾਹਿਬਜ਼ਾਦਿਆਂ ਦੇ ਗੋਡਿਆਂ ਦੇ ਉੱਪਰ ਤੇ ਇੱਟ ਪੂਰੀ ਲਾਈ ਜਾਂਦੀ ਹੈ। ਤੇ ਜਦੋਂ ਤੇਸੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਗੋਡਿਆਂ ਦੇ ਉੱਪਰ ਵੱਜਦੀ ਹੈ ਤੇ ਉਹ ਸਤਿਗੁਰ ਮਹਾਰਾਜ ਜੀ ਦੇ ਲਾਲਾਂ ਦੇ ਨਾਜ਼ੁਕ ਜਿਹੇ ਸਰੀਰ ਤੇ ਉਹਦੇ ਉੱਤੇ ਤੇਸੀ ਵੱਜਣ ਦੇ ਨਾਲ ਉਹ ਖੂਨ ਦੇ ਨਾਲ ਉਹਨਾਂ ਦੀਆਂ ਲੱਤਾਂ ਭਿੱਜਦੀਆਂ ਨੇ। ਹੌਲੀ ਹੌਲੀ ਕੰਧ ਜਦੋਂ ਉਸਰਦੀ ਆ ਤੇ ਉਸਰਦੀ ਹੋਈ ਕੰਧ ਜਦੋਂ ਛਾਤੀ ਤੱਕ ਆਉਂਦੀ, ਸਾਹ ਘੁੱਟਦਾ ਏ ਤੇ ਕੰਧ ਜਦੋਂ ਨੱਕ ਤੱਕ ਆਈ ਤੇ ਬਾਬਾ ਫਤਿਹ ਸਿੰਘ ਜੀ ਮੁਸਕਰਾਏ ਤੇ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਉਸ ਵੇਲੇ ਉਹਨਾਂ ਨੇ ਕਿਹਾ, ਕਹਿਣ ਲੱਗੇ ਤੁਸੀਂ ਮੁਸਕਰਾਏ ਕਿਉਂ? ਕਹਿਣ ਲੱਗਾ ਦੇਖੋ ਭਾਵੇਂ ਮੈਂ ਛੋਟਾ ਏ ਤੇ ਅੱਜ ਤੁਹਾਡੇ ਤੋਂ ਮੈਂ ਪਹਿਲੋਂ ਸ਼ਹਾਦਤ ਵਾਲੇ ਪਾਸੇ ਚੱਲਿਆ, ਕੰਧ ਮੇਰੇ ਉੱਪਰ ਪਹਿਲੋਂ ਆਏਗੀ। ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦੇ ਉੱਪਰ ਕੰਧ ਸਾਜ ਦਿੱਤੀ ਗਈ ਤੇ ਕਹਿੰਦੇ ਨੇ ਦਮ ਘੁੱਟਣ ਦੇ ਨਾਲ ਉਸ ਵੇਲੇ ਉਹ ਕੰਧ ਡਿੱਗੀ। ਇਤਿਹਾਸ ਕਹਿੰਦਾ ਹੈ ਕੰਧ ਡਿੱਗਦੀ ਹੈ ਤੇ ਸਾਹਿਬਜ਼ਾਦੇ ਉਸ ਵੇਲੇ ਬੇਹੋਸ਼ੀ ਦੀ ਹਾਲਤ ਵਿੱਚ ਨੇ। ਫਿਰ ਉਹਨਾਂ ਦੇ ਚਿਹਰੇ ਦੇ ਉੱਪਰ ਪਾਣੀ ਪਾਇਆ ਗਿਆ, ਹੋਸ਼ ਵਿੱਚ ਲਿਆਂਦਾ ਗਿਆ ਤੇ ਹੋਸ਼ ਵਿੱਚ ਲਿਆਉਣ ਤੋਂ ਬਾਅਦ ਵਿੱਚ ਫਿਰ ਪੁੱਛਿਆ ਗਿਆ ਕਿ ਦੱਸੋ ਇਸਲਾਮ ਕਬੂਲ ਹੈ ਕਿ ਜਾਂ ਸ਼ਹਾਦਤ ਤੁਹਾਡੀ ਹੋਵੇ? ਤੇ ਸਾਹਿਬਜ਼ਾਦਿਆਂ ਨੇ ਉਸ ਵੇਲੇ ਵੀ ਕਿਹਾ ਸੀ, ਕਹਿਣ ਲੱਗੇ ਸਾਨੂੰ ਸ਼ਹਾਦਤ ਪ੍ਰਵਾਨ ਨੇ, ਸਾਨੂੰ ਧਰਮ ਪ੍ਰਵਾਨ ਨੇ, ਅਸੀਂ ਆਪਣਾ ਧਰਮ ਕਿਸੇ ਵੀ ਕੀਮਤ ਤੇ ਨਹੀਂ ਛੱਡ ਸਕਦੇ। ਗੁਰੂ ਕੇ ਲਾਲਾਂ ਨੇ ਉਸ ਵੇਲੇ ਜਿਹੜੇ ਸ਼ਾਸਲ ਬੇਗ ਤੇ ਬਾਸ਼ਲ ਬੇਗ ਪੇਸ਼ੀ ਭੁਗਤਣ ਵਾਸਤੇ ਆਏ ਸੀ, ਜਿਨ੍ਹਾਂ ਦੇ ਉੱਪਰ ਕਤਲ ਦਾ ਕੇਸ ਚੱਲਦਾ ਪਿਆ ਸੀ, ਉਹਨਾਂ ਨੂੰ ਫਿਰ ਹੁਕਮ ਹੋਇਆ, ਕਹਿਣ ਲੱਗੇ ਕਿ ਇਹਨਾਂ ਨੂੰ ਜਿਹੜਾ ਹੈ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਦੋਨਾਂ ਹੀ ਸਾਹਿਬਜ਼ਾਦੇ ਨੂੰ ਇੱਟਾਂ ਦੇ ਢੇਰ ਦੇ ਉੱਤੋਂ ਧੂ ਕਰਕੇ ਮੈਦਾਨ ਦੇ ਵਿੱਚ ਕਰਕੇ ਤੇ ਸ਼ਾਸਲ ਬੇਗ ਤੇ ਬਾਸ਼ਲ ਬੇਗ ਜਿਹੜਾ ਸੀ ਗੋਡਾ ਉੱਪਰ ਰੱਖਦੇ ਨੇ ਪੇੜ ਦੇ ਉੱਪਰ ਤੇ ਤੇਜ਼ ਧਾਰ ਜਿਹੜੇ ਛੁਰਿਆਂ ਦੇ ਨਾਲ ਸਾਹਿਬਜ਼ਾਦਿਆਂ ਦੀ ਛਾਤੀ ਨੂੰ ਪਾੜ ਦਿੰਦੇ ਆ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਆ। ਤੇ ਇਹ ਸ਼ਹਾਦਤ, ਇਹ ਖੂਨ ਉਸ ਧਰਤੀ ਤੇ ਡੁੱਲਦਾ ਜਿਸ ਧਰਤੀ ਨੂੰ ਸਰਹੰਦ ਕਿਹਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਧਰਤੀ ਨੂੰ ਸੋਧ ਕਰਕੇ ਇਹਨੂੰ ਫਿਰ ਫਤਿਹਗੜ੍ਹ ਕਹਿ ਦਿੱਤਾ, ਫਤਿਹਗੜ੍ਹ ਨਾਮ ਇਸ ਦਾ ਰੱਖ ਦਿੱਤਾ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਲਾਲਾਂ ਦੀ ਇੱਥੇ ਸ਼ਹਾਦਤ ਹੋਈ ਤੇ ਇਸ ਲਾਲਾਂ ਦੀ ਸ਼ਹਾਦਤ ਤੋਂ ਬਾਅਦ ਵਿੱਚ ਵਜ਼ੀਰ ਖਾਨ ਨੇ ਇੱਕ ਹੋਰ ਫਰਮਾਨ ਜਾਰੀ ਕਰ ਦਿੱਤਾ, ਕਹਿਣ ਲੱਗੇ ਇਹਨਾਂ ਦਾ ਸੰਸਕਾਰ ਇੱਥੇ ਤਾਂ ਹੋ ਸਕਦਾ ਹੈ ਜੇਕਰ ਥਾਂ ਕੋਈ ਮੁੱਲ ਖਰੀਦ ਲੇ ਤੇ ਜੇ ਥਾਂ ਖਰੀਦਣੀ ਤੇ ਉਹਦੇ ਵਾਸਤੇ ਮੋਹਰਾਂ ਵਿਛਾ ਕੇ ਥਾਂ ਖਰੀਦਣੀ ਪਏਗੀ। ਤੇ ਟੋਡਰ ਮੱਲ ਜਿਹੜਾ ਇਸ ਅਸਥਾਨ ਦਾ ਰਹਿਣ ਵਾਲਾ ਤੇ ਬੜਾ ਅਮੀਰ ਘਰਾਣਾ, ਕਹਿੰਦੇ ਨੇ ਉਹਨੇ ਫਿਰ ਇਹ ਸੇਵਾ ਕਮਾਈ ਤੇ ਜਦੋਂ ਮੋਹਰਾਂ ਲੈ ਕੇ ਆਇਆ ਵਿਛਾਉਣ ਦੇ ਵਾਸਤੇ ਤੇ ਕਹਿੰਦੇ ਨੇ ਲਾਲਚ ਜਾਗ ਪਿਆ, ਕਹਿਣ ਲੱਗੇ ਨਹੀਂ ਵਿਛਾ ਕੇ ਨਹੀਂ, ਖੜੇ ਰੋਕ ਮੋਹਰਾਂ ਰੱਖ ਕੇ ਇਹ ਥਾਂ ਖਰੀਦੀ ਜਾਏਗੀ। ਤੇ ਕਹਿੰਦੇ ਨੇ ਖੜੇ ਰੋਕ ਮੋਹਰਾਂ ਰੱਖ ਕਰਕੇ ਟੋਡਰ ਮੱਲ ਨੇ ਇਹ ਥਾਂ ਖਰੀਦੀ ਜਿਸ ਅਸਥਾਨ ਦੇ ਉੱਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ। ਤੇ ਕਹਿੰਦੇ ਉਦਣ ਅਰਥੀ ਚੁੱਕਣ ਵਾਲਾ ਵੀ ਕੋਈ ਨਹੀਂ, ਉਦਣ ਅਰਥੀ ਜਿਹੜੀ ਸੀ ਕਿਸੇ ਨੇ ਨਹੀਂ ਚੁੱਕੀ। ਅਰਥੀ ਨੂੰ ਮੋਢਾ ਜਿਹੜਾ ਸੀ ਬਾਬਾ ਟੋਡਰ ਮੱਲ ਨੇ ਦਿੱਤਾ, ਜਿਹੜਾ ਬਾਬਾ ਮੋਤੀ ਰਾਮ ਮਹਿਰੇ ਨੇ ਦਿੱਤਾ। ਛੋਟੇ ਸਾਹਿਬਜ਼ਾਦੇ ਨੂੰ ਗੋਦ ਵਿੱਚ ਚੁੱਕ ਕੇ ਜਿਹੜੀ ਸੀ ਟੋਡਰ ਮੱਲ ਦੀ ਘਰਵਾਲੀ ਆਪ ਲੈ ਕੇ ਗਈ ਤੇ ਤਿੰਨਾਂ ਹੀ ਸਰੀਰਾਂ ਦਾ ਜਿਹੜਾ ਸੰਸਕਾਰ ਸੀ ਉਹ ਇੱਕ ਹੀ ਥਾਂ ਤੇ ਕੀਤਾ ਗਿਆ। ਜਿਸ ਵੇਲੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਆ, ਮਾਤ ਗੁਜਰੀ ਸਾਹਮਣੇ ਹੀ ਬੁਰਜ ਹੈ, ਉੱਥੋਂ ਸਾਰਾ ਕੁਝ ਦੇਖਦੀ ਆ। ਕਹਿੰਦੇ ਨੇ ਇਤਿਹਾਸ ਦੇ ਵਿੱਚ ਕਈ ਇਸ ਤਰ੍ਹਾਂ ਦੇ ਪੱਖ ਰੱਖੇ ਕਿ ਮਾਤਾ ਜੀ ਉੱਥੋਂ ਡਿੱਗ ਪਏ ਜਾਂ ਉਹਨਾਂ ਨੂੰ ਜਿਹੜਾ ਸੀ ਕਿਸੇ ਨੇ ਦੱਸਿਆ ਤੇ ਉਹਨਾਂ ਦੇ ਤਾਂ ਕਰਕੇ ਸ਼ਹਾਦਤ ਹੋਈ, ਆਪਣੇ ਆਪ ਉੱਥੋਂ ਡਿੱਗੇ ਨੇ ਜਾਂ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ। ਪਰ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਆਪਣੇ ਹੱਥੀਂ ਆਪਣੇ ਪਤੀ ਨੂੰ ਤੋਰਿਆ, ਪਰਿਵਾਰ ਵਿਛੜਦਾ ਹੋਇਆ ਦੇਖਿਆ, ਲਾਲ ਸ਼ਹੀਦ ਹੁੰਦੇ ਹੋਏ ਦੇਖੇ ਤੇ ਉਹ ਆਪਣੇ ਆਪ ਉੱਤੋਂ ਛਾਲ ਮਾਰ ਕੇ ਸ਼ਹਾਦਤ ਪ੍ਰਾਪਤ ਕਰ ਲੈਣ, ਉਹਨਾਂ ਨੂੰ ਉੱਥੋਂ ਫਿਰ ਸੁੱਟਿਆ ਜਾਂਦਾ ਹੈ ਠੰਡੇ ਬੁਰਜ ਤੋਂ ਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ। ਸੋ ਇਹ ਇਤਿਹਾਸ ਹੈ ਇਸ ਅਸਥਾਨ ਦਾ ਤੇ ਆਓ ਨਕਮਸਤਕ ਹੋਈਏ ਇਸ ਅਸਥਾਨ ਤੇ ਅਰਦਾਸ ਕਰੀਏ ਗੁਰੂ ਚਰਨਾਂ ਦੇ ਵਿੱਚ, ਸਤਿਗੁਰ ਮਹਾਰਾਜ ਕਿਰਪਾ ਕਰੋ ਤੁਹਾਡੇ ਲਾਲਾਂ ਵਾਂਗੂ ਸਾਨੂੰ ਵੀ ਸਿੱਖੀ ਕਮਾਉਣੀ ਆ ਜਾਏ। ਅਰਦਾਸ ਕਰੀਏ ਸਤਿਗੁਰ ਮਹਾਰਾਜ ਸਾਡੇ ਬੱਚਿਆਂ ਦੇ ਵਿੱਚੋਂ ਤੁਸੀਂ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਨੂੰ ਤੁਸੀਂ ਦੇਖ ਸਕੋ। ਅਸੀਂ ਗੁਰੂ ਘਰਾਂ ਦੇ ਵਿੱਚ ਲਾਲ ਲੈ ਕੇ ਆਉਂਦੇ ਹਾਂ ਨਾ ਜਦੋਂ ਆਪਣੇ, ਤੇ ਇਸ ਤਰ੍ਹਾਂ ਬਣਾ ਕੇ ਲਿਆਈਏ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ ਹੋਵਣ। ਤੇ ਅਰਦਾਸ ਕਰਿਆ ਕਰੋ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਏ। ਕਿਸੇ ਵਿਦਵਾਨ ਦੇ ਬਚਨ ਨੇ ਕਿ ਇਹ ਸਿੱਖੀ ਜਿਹੜੀ ਹੈ ਇਹ ਸਰਦਾਰੀਆਂ ਵਾਸਤੇ ਬਣੀ ਹੈ ਜਾਂ ਇਹ ਸ਼ਹਾਦਤਾਂ ਦੇ ਵਾਸਤੇ ਬਣੀ ਹੈ, ਤੇ ਜੇਕਰ ਇਹ ਸਿੱਖੀ ਸਾਨੂੰ ਮਿਲੀ ਹੈ ਤੇ ਇਹਨੂੰ ਅਸੀਂ ਸੰਭਾਲ ਸਕੀਏ, ਇਹਨੂੰ ਨਿਭਾ ਸਕੀਏ
ਤਾਂ कि साडा जीवन जिहड़ा है सफल होवे। असीं मान करिए अपने इतिहास के उपर, मान करिए उन्हां लालां दी शहादत के उपर, ते मान करिए कि सतगुरु महाराज असीं तुहाडे पुत्र हाँ, असीं तुहाडे बच्चे हाँ, सानू सिੱਖੀ मिल जाए, सानू सिदक मिल जाए। ते अरदास दे विच असीं रोज़ाना कहने आ कि सिੱਖੀ केसां सवासां संग निभ जाए। आओ तुसीं इन इतिहासक पन्निਆਂ ਨੂੰ ਤੁਸੀਂ ਦੇਖਿਆ ਤੇ ਮਨ ਦੇ ਵਿੱਚ ਸੋ आओ दर्शन करते हाँ जी गुरुद्वारा साहिब जी दे, और उन्हां नीआं दे दर्शन करते हैं जिथे साहिबजादियां ने शहादत दी है। और नाल ही दर्शन करांगे गुरुद्वारा ज्योति सरूप जिथे साहिबजादियां नूं अंतिम क्रिया जिहड़ी है उन्हां दी टोडर मल वालों की गई है, उत्थे भी चुकाने हाँ जाके सिर। तो आओ पहलों करिए दर्शन उन्हां नीआं दे जिन्हां दे विच छोटे साडे बाबे जिहड़े ने, वड्डे बाबे आखांगे बाबा जोरावर सिंह, बाबा फतेह सिंह, जिन्हां ने सिੱਖੀ दी नींह, ये नींह शहादत की नहीं सी कली, इन्हां ने सिੱਖੀ दी नींह रख दी। तो इस सिੱਖੀ दी नींह दे विचों जिहड़ा सी कौम ने सल्तनत दा बूटा जिहड़ा लाया है। साध संगत जी आओ करते हैं दर्शन गुरुद्वारा फतेहगढ़ साहिब जी। बैठा सूबा सरहंद विच लाके कचहरी, दोवें लाल विचकार खड़े आसे पासे वैरी। सूबा लाउंदा पूरा जोर किवें करे कमजोर, वेखदा अजमा के हथ हथा विच फड़े तुरे मौत गल लाके। सूबे वल वेख रहे ने अखां विच अखां पाके, हथ हथा विच फड़े तुरे मौत गल लाके। सूबे वल वेख रहे ने अखां विच अखां पाके, रख चेहरे उत्ते हासा दिंदे दादी नू दिलासा। सानू तू ही सिखाया असी डोल देनी मासा, सानू याद कुर्बानी जेड़ी दादा जी ने दिती। असी गोबिंद दे पुत किवें बदल जू पासा, सानू ने की चुकाउणा लाल आख दे दादी नू, असी आवांगे चुका के। हथ हथा विच फड़े तुरे मौत गल लाके। सूबे वल वेख रहे ने अखां विच अखां पाके। मथे चुमदी दोहां दे दस्तारा नू सजाउंदी, दीपे हौली हौली सारियां ही गल्लां समझाउंदी। सारा जाणदी ए दादी ए ना मुड़ के नी आउणा, अखों डिगदे ने हंजू पर दोहां तो लगाउंदी। वड्डा जिगरा चाहिदा